गुरु महाराज जी के यही फरमान हैं कि जड़ा सत्संगत करेगा ये सब तो वड्डा जप तप है। एकांत बैठ के तप जो करते हैं, भगतियां करते हैं, पर ये जड़ा समा है ये उस तो वधीक है। इहदा फल महात्म, इहदे कर्म का फल बहुत ज़्यादा है। ये सत्संगत है जिथे नाम की गल होती है, गुरबाणी की विचार होती है, गुरु साहब जी के दर्शन होते हैं। इस करके इनू वड्डा तप मन्निया गया है। आओ पहला सारे सत्संगत का लाभ उठाइए, सारे नाम जपीए। अमृत वेले जो बीजेगा नाम वो फलीभूत होता है जी। सारे जपया करो। वाहेगुरु 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 विसर नहीं दातार, विसर नहीं दातार, अपना नाम दे हो, अपना नाम दे हो, गुण गावा दिन रात, गुण गावा दिन रात, नानक चाहो ए हो, नानक चाहो ए हो, गुण गावा दिन रात, गुण गावा दिन रात, वाहेगुरु 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 वाहेगुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ ਘਰ 12ਵਾਂ। ਤਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਪਾਵਨ ਬੋਲ ਹਨ ਜੀ। ਘਰ 12ਵੇਂ ਵਿੱਚ ਇਹ ਬਾਣੀ ਉਚਾਰੀ ਗਈ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਇਸ ਇੱਕ ਦੀ ਕਿਰਪਾ ਦਾ ਸਦਕਾ ਇਹ ਬਾਣੀ ਉਚਾਰੀ ਗਈ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ ਹੁੰਦੀ ਹੈ ਨਮਸਕਾਰ ਕਰਨਾ। ਹਰੀ ਨੂੰ ਬੰਦਨਾ ਕੀਤੀ ਹੈ, ਡੰਡੋਤਾਂ ਕੀਤੀ ਹੈ ਸਤਿਗੁਰ ਨੇ। ਗੁਣ ਗਾਵੋ ਗੋਪਾਲ ਰਾਏ। ਉਸ ਹਰੀ ਦੇ ਗੁਣ, ਉਸ ਗੋਪਾਲ ਰਾਏ ਦੇ ਗੁਣ ਬੰਦਨਾ ਕਰ ਕਰਕੇ ਸਤਿਗੁਰ ਕਹਿੰਦੇ ਗਾਣੇ ਚਾਹੀਦੇ ਹਨ। ਉਸ ਮਹਾਰਾਜ ਜੀ ਦਾ ਸ਼ੁਕਰ ਕਰ ਕਰਕੇ ਗੁਣ ਗਾਣੇ ਚਾਹੀਦੇ। ਬੱਦਾ ਚੱਟੀ ਨਹੀਂ, ਮਨ ਨੂੰ ਮਾਯੂਸ ਕਰਕੇ ਨਹੀਂ ਗਾਣੇ ਚਾਹੀਦੇ। ਖੁਸ਼ੀ ਨਾਲ ਖੇੜੇ ਅੰਦਰ ਗਾਇਆ ਕਰੋ। ਇਹ ਸੰਗਤ ਦੀ ਕਣੀਆਂ ਹਨ। ਇਹਦਾ ਵਿੱਚ ਤੇ ਜਿਹਦੀ ਕਿਸਮਤ ਦੀ ਕੁਝ ਲਿਖਿਆ ਵੀ ਨਹੀਂ ਹੁੰਦਾ, ਉਹ ਵੀ ਸਤਿਗੁਰ ਮਹਾਰਾਜ ਕਰਮਾਂ ਵਿੱਚ ਲਿਖ ਕੇ ਦੇ ਦਿੰਦੇ ਹਨ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਰਿਸ਼ੀ ਮੁਨੀ ਦੇਵਤੇ ਮੁਨੀ ਵੀ ਮੰਗਦੇ ਹਨ। ਇਹ ਸੰਗਤ ਦੀ ਕਣੀ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਰਹਾਓ ਵਿਸ਼ਰਾਮ ਹੈ ਜੀ। ਵੱਡਾ ਭਾਗ ਭੇਟੇ ਗੁਰਦੇਵਾ। ਵੱਡੇ ਭਾਗਾਂ ਨਾਲ ਭੇਟ ਹੁੰਦੀਆਂ ਹਨ ਗੁਰਦੇਵ ਨਾਲ। ਗੁਰੂਦੇਵ ਕੌਣ ਹਨ? ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹਨਾਂ ਨਾਲ ਜੇ ਸਾਂਝ ਪੈ ਗਈ ਹੈ ਤੇ ਪੂਰਬਲਾ ਕਰਮ ਅੰਕੁਰ ਫੁੱਟ ਗਿਆ ਹੈ। ਕੋਈ ਭਗਤੀ ਤੁਹਾਡੀ ਅੱਗੇ ਆ ਗਈ, ਨਿਸ਼ਾਨੀ ਹੈ। ਵੱਡੇ ਭਾਗ ਭੇਟੇ ਗੁਰਦੇਵਾ। ਕੋਟ ਪਰਾਧ ਮਿਟੇ ਹਰ ਸੇਵਾ। ਕਰੋੜੋਂ ਪਾਪ ਵੀ ਹੋਣ, ਤੁਹਾਡੀ ਗਲਤੀਆਂ ਹੋਣ, ਸਤਿਗੁਰ ਢੱਕ ਲੈਣਗੇ। ਹਰੀ ਦੀ ਸੇਵਾ ਕਰਨ ਨਾਲ ਇਹ ਮਿਟ ਜਾਂਦੇ ਹਨ। ਸਤਿਗੁਰ ਜੀ ਨੂੰ ਇਹ ਕਹਿ ਲਓ ਮਿਟਾਣੇ ਪੈ ਜਾਂਦੇ ਹਨ। ਸੇਵਾ ਦਾ ਫਲ ਹੈ। ਚਰਨ ਕਮਲ ਜਾਂ ਕਾ ਮਨ ਰਾਪੈ। ਜਿਨ੍ਹਾਂ ਦਾ ਚਰਨਾਂ ਦੇ ਨਾਲ ਧਿਆਨ ਲੱਗ ਗਿਆ ਹੈ, ਗੁਰੂ ਦੀ ਮੂਰਤ ਨਾਲ, ਗੁਰੂ ਦੇ ਚਰਨਾਂ ਵਿੱਚ ਧਿਆਨ ਟਿਕ ਗਿਆ ਹੈ। ਸੋਗ ਅਗਨ ਤਿਸ ਜਨ ਨਾ ਵਿਆਪੈ। ਉਹਨਾਂ ਦੇ ਮਨ ਨੂੰ ਚਿੰਤਾ ਨਹੀਂ ਲੱਗਦੀ। ਤਨ ਦੇ ਰੋਗ ਹੁੰਦੇ ਹਨ ਜੀ, ਤੇ ਮਨ ਦੇ ਸੋਗ ਹੁੰਦੇ ਹਨ। ਇਹ ਅਲੱਗ ਅਲੱਗ ਹੈ। ਮਨ ਨੂੰ ਚਿੰਤਾ ਦੁਖੀ ਕਰਦਾ ਹੈ, ਟੈਨਸ਼ਨ ਜਿਹਨੂੰ ਕਹਿੰਦੇ ਹੈ, ਇਹ ਸੋਗ ਹੁੰਦਾ ਹੈ। ਇਹ ਅਗਨ ਦੇ ਸਮਾਨ ਹੈ, ਅਗਨੀ ਦੇ। ਇਸ ਜਨ ਨਾ ਵਿਆਪੈ। ਉਸ ਜਨ ਨੂੰ, ਹਰੀ ਜਨ ਨੂੰ ਨਹੀਂ ਆਂਦੀ, ਨਹੀਂ ਤੰਗ ਕਰਦੀ। ਸਾਗਰ ਤਰਿਆ ਸਾਧੂ ਸੰਗੇ। ਇਹ ਜਿਹੜਾ ਸਾਗਰ ਹੈ ਨਾ, ਸੰਸਾਰ ਭਵਜਲ ਸਾਗਰ, ਇਹ ਸਾਧੂ ਦੇ ਨਾਲ ਨਾਮ ਜਪਣ ਨਾਲ ਤਰਿਆ ਜਾਂਦਾ ਹੈ। ਸਾਧੂ ਕੌਣ ਹਨ? ਜਿਹੜੇ ਪੂਰਨ ਬ੍ਰਹਮ ਗਿਆਨੀ ਤਤਵੇਤਾ ਮਹਾਪੁਰਸ਼, ਜਿਹੜੇ ਅਭੇਦ ਹੋ ਚੁੱਕੇ ਹਨ, ਨਿਰੰਕਾਰ ਦੇ ਵਿੱਚ ਮਿਲ ਚੁੱਕੇ ਹਨ। ਉਹਨਾਂ ਦੇ ਨਾਲ
ਇਹ ਸਾਗਰ ਤਰਿਆ ਜਾ ਸਕਦਾ ਹੈ ਸਾਧੂ ਦੀ ਸੰਗਤ ਕਰਨਾ। ਨਿਰਭਉ ਨਾਮ ਜਪੋ ਹਰ ਰੰਗੇ। ਨਿਰਭਉ ਹੁੰਦਾ ਹੈ ਬਿਨਾਂ ਡਰੇ। ਇੱਕ ਹੁੰਦਾ ਡਰ ਕੇ ਜਪ ਰਿਹਾ ਹੈ, ਭੈ ਅੰਦਰ ਜਪ ਰਿਹਾ, ਦੇਖਾ ਦੇਖੀ ਜਪ ਰਿਹਾ, ਉਹ ਨਹੀਂ। ਕੋਈ ਡਰ ਨਾ ਹੋਵੇ ਅੰਦਰ, ਕੋਈ ਖੋਫ ਨਾ ਹੋਵੇ ਕਿਸੇ ਦਾ। ਨਿਰਭਉ ਨਾਮ ਜਪੋ ਹਰ ਰੰਗੇ। ਹਰੀ ਦਾ ਨਾਮ ਦਾ ਰੰਗ ਚੜ ਜਾਵੇ। ਨਾਮ ਜਪਣ ਵੇਲੇ ਕੋਈ ਸ਼ਰਮ ਨਾ ਹੋਵੇ, ਕੋਈ ਦੇਖਾ ਦੇਖੀ ਨਾ ਹੋਵੇ। ਗੁਰੂ ਉੱਧਰ ਖੁਸ਼ ਹੁੰਦੇ ਹਨ। ਦਿਖਾਵੇ ਦੀ ਭਗਤੀ ਨਹੀਂ ਚਾਹੀਦੀ। ਗੁਰੂ ਨੂੰ ਭੋਲੇ ਭਾਏ ਮਿਲੇ ਰਘੁਰਾਏ। ਭੋਲਾ ਭਾਵ ਸਿੱਖ ਚਾਹੀਦਾ ਹੈ, ਚਲਾਕੀ ਵਾਲਾ ਸਿੱਖ ਨਹੀਂ। ਭੋਲੇ ਭਾਵ, ਉਹਦੀ ਹਰ ਗਲਤੀ ਵੀ ਮਾਫ ਹੋ ਜਾਂਦੀ ਹੈ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਨਾ ਤੇ ਉਹਦਾ ਪਰ ਧਨ ਵਿੱਚ ਧਿਆਨ ਜਾਂਦਾ ਹੈ, ਪਰਾਏ ਅਮਾਨਤ ਵਿੱਚ, ਦੋਖ ਵਿੱਚ। ਨਾ ਪਾਪ ਕਰਦਾ ਹੈ, ਨਾ ਪਾਪਾਂ ਵੱਲ ਧਿਆਨ ਹੈ। ਜਮ ਜੰਦਾਰ ਨਾ ਆਵੇ ਨੇੜੇ। ਉਹਨਾਂ ਦੇ ਜਮ ਔਰ ਜੰਦਾਰ ਜਮਦੂਤ ਵੀ ਨੇੜੇ ਨਹੀਂ ਆਉਂਦੇ, ਕਿਉਂਕਿ ਉਹ ਪਾਪ ਕਰਦੇ ਹੀ ਨਹੀਂ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਇਹ ਜਿਹੜੀ ਤ੍ਰਿਸ਼ਨਾ ਹੈ ਇਹ ਅਗਨੀ ਹੈ ਜੀ। ਲੋਭ, ਤ੍ਰਿਸ਼ਨਾ, ਇਹ ਪ੍ਰਭੂ ਜੀ ਨੇ ਆਪ ਬੁਝਾਈ ਹੈ। ਇਹ ਪਾਣੀ, ਇੱਕ ਤੇ ਅੱਗ ਬੁਝਾਈ ਜਾਂਦੀ ਹੈ ਜਲ ਪਾ ਕੇ, ਪਾਣੀ ਪਾ ਕੇ, ਉਹ ਨਹੀਂ। ਇਹ ਨਾਮ ਦੀ ਠੰਡ ਵਰਤਾ ਕੇ ਨਾ ਇਹ ਤ੍ਰਿਸ਼ਨਾ ਬੁਝਾਤੀ ਸਤਿਗੁਰ ਨੇ। ਨਾਨਕ ਉਦਰੇ ਪ੍ਰਭ ਸ਼ਰਨਾਈ। ਨਾਨਕ ਜੀ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਉਧਰ ਗਏ ਹਨ। ਇਸ ਕਰਕੇ ਸਾਰਿਆਂ ਸੰਗਤ ਨੂੰ ਵੀ ਆਖ ਗਏ ਹਨ ਕਿ ਪ੍ਰਭੂ ਦੀ ਸ਼ਰਨ ਵਿੱਚ ਆ ਜਾਓ। ਜੇ ਤੁਸੀਂ ਬਚਣਾ ਚਾਹੁੰਦੇ ਹੋ ਪਾਪਾਂ ਤੋਂ, ਦੁਖੀ ਹੋਣ ਤੋਂ। ਗੁਰੂ ਰਾਮਦਾਸ ਮਹਾਰਾਜ ਕੋਲ ਨਾ ਅੱਜ ਸਿੱਖ ਆਏ ਹਨ। ਸਿੱਖਾਂ ਨੇ ਸਵਾਲ ਰੱਖੇ ਹਨ। ਇੱਕ ਜੋਗੀ ਸੀ, ਤੱਪੀ ਜਿਹਨੂੰ ਕਹਿੰਦੇ, ਤੱਪੀ, ਕਲਪਿਆ ਹੋਇਆ, ਕੱਲਾ ਹੀ ਜੰਗਲਾਂ ਦੇ ਵਿੱਚ, ਪਹਾੜਾਂ ਦੀ ਕੰਧਰਾਂ ਵਿੱਚ ਤਪ ਕਰਦਾ ਸੀ। ਸਿੱਖਾਂ ਨੂੰ ਦੇਖ ਕੇ ਬੜਾ ਹੀ ਕੁੜਦਾ ਹੈ। ਕਹਿੰਦੇ ਇਹਨਾਂ ਨੇ ਨਵੀਂ ਰੀਤ ਚਲਾ ਛੱਡੀ ਹੈ, ਨਵੀਂ ਰੀਤ, ਸਿੱਖ ਪੰਥ। ਕਹਿੰਦੇ ਸਾਡੇ ਧਰਮ ਵਿੱਚ ਲਿਖਿਆ ਹੈ ਤੀਰਥਾਂ 'ਤੇ ਜਾਓ, ਗੰਗਾ, ਜਮਨਾ, ਗੋਦਾਵਰੀ, ਇਹਨਾਂ 'ਤੇ ਜਾ ਕੇ ਇਸ਼ਨਾਨ ਕਰੋ, ਦਾਨ ਪੁੰਨ ਕਰੋ। ਇਸ ਕਰਨ ਨਾਲ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਉਹ ਸਿੱਖਾਂ ਨਾਲ ਉਲਝ ਰਿਹਾ ਹੈ, ਬਹਿਸਬਾਜ਼ੀ ਹੋ ਗਈ ਹੈ। ਸਿੱਖ ਉਹਨੂੰ ਜੋਗੀ ਨੂੰ ਆਪਣੇ ਨਾਲ ਹੀ ਲੈ ਆਏ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ। ਕਹਿੰਦੇ ਜੋ ਸਵਾਲ ਕਰਨਾ ਜੋਗੀ ਤੇ ਸਾਹਮਣੇ ਗੁਰੂ ਜੀ ਬੈਠੇ, ਕਰ ਲੈ, ਜੇ ਤੇਰੇ ਮਨ ਵਿੱਚ ਸ਼ੰਸ਼ਾਵਾਂ ਹੈ। ਕਹਿੰਦੇ ਹੈਗੀ, ਮੈਂ ਗੱਲ ਕਰਾਂਗਾ, ਜ਼ਰੂਰ ਕਰਾਂਗਾ। ਗੁਰੂ ਰਾਮਦਾਸ ਜੀ ਮੁਸਕਰਾਏ, ਜੋਗੀ ਜੀ ਕੀ ਗੱਲ ਹੈ, ਕਿਉਂ ਕਲਪੇ ਪਏ ਹੋ ਨਾ? ਕਹਿੰਦੇ ਗੱਲ ਇਹ ਹੈਗੀ ਹੈ ਕਿ ਤੁਹਾਡੇ ਸਿੱਖ ਨਾ ਤੇ ਕਦੀ ਤੀਰਥ 'ਤੇ ਜਾਣਾ ਪਸੰਦ ਕਰਦੇ ਹਨ ਤੇ ਨਾ ਹੋਰ ਕਰਮ ਕਾਂਡਾਂ ਵਿੱਚ ਸ਼ਾਸਤਰਾਂ ਵੇਦਾਂ ਤੋਂ ਵੀ ਪਰੇ ਰਹਿੰਦੇ। ਸ਼ਾਸਤਰ ਵੇਦ ਜੋ ਕੁਰਾਨ ਹਨ, ਇਹਨਾਂ ਦਾ ਅਭਿਆਸ ਵੀ ਲੋੜ ਹੈ। ਇਹ ਕਹਿੰਦੇ ਇਹ ਵੀ ਨਹੀਂ ਕਰਨ ਦੀ ਲੋੜ ਸਾਨੂੰ, ਵੇਦ ਸ਼ਾਸਤਰ ਹੀ ਨਹੀਂ ਪੜ੍ਹਨੇ, ਇਹ ਕਿਹੜੀ ਸੀ ਰੀਤ ਹੈ? ਗੁਰੂ ਜੀ ਮੁਸਕਰਾਏ, ਕਹਿੰਦੇ ਇਹ ਬਹੁਤ ਉੱਚੀ ਅਵਸਥਾ 'ਤੇ ਪਹੁੰਚ ਗਿਆ। ਇਸ ਤੋਂ ਵੀ ਵੱਡੀ ਗੱਲ ਹੈ ਮਹਾਰਾਜ ਜੋਗੀ ਜੀ, ਇਹ ਸੱਚ ਕਹਿੰਦੇ ਹਨ, ਮੇਰੇ ਸਿੱਖ ਝੂਠ ਨਹੀਂ ਬੋਲਦੇ। ਤੁਸੀਂ ਕਹਿੰਦੇ ਹੋ ਤੀਰਥ 'ਤੇ ਜਾਣ, ਕਹਿੰਦੇ ਤੀਰਥ ਵੀ ਸਾਧੂ ਦੀ ਧੂੜ ਲੋਚਦੇ ਹਨ। ਇਹ ਗੁਰਬਾਣੀ ਵਿੱਚ ਵੀ ਲਿਖਿਆ। ਤੀਰਥ ਵੀ ਚਾਹੁੰਦੇ ਹਨ ਕੋਈ ਮਹਾਂਪੁਰਸ਼ ਸੰਤ ਆਵੇ
ਤੇ ਤੀਰਥ ਤੇ ਚਰਨ ਪਾ ਜਾਵੇ, ਤੀਰਥ ਵੀ ਪਵਿੱਤਰ ਹੋ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮੇਰੇ ਸਿੱਖ ਹਨ, ਇਹ ਰੋਜ਼ਾਨਾ ਤੀਰਥ ਕਰ ਰਹੇ ਹਨ, ਰੋਜ਼ਾਨਾ। ਜੋਗੀ ਕਹਿੰਦਾ ਕਿਸ ਤਰ੍ਹਾਂ? ਕਹਿੰਦੇ ਇਹ ਸੰਗਤ ਚਲਦੇ ਫਿਰਦੇ ਤੀਰਥ ਵਿੱਚ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨਾਂ ਨੂੰ ਤੀਰਥ ਦੀ ਕੀ ਲੋੜ ਹੈ? ਦੇਖੋ ਗੁਰੂ ਰਾਮਦਾਸ ਜੀ ਦੇ ਬਚਨ ਨੇ, ਅਸੀਂ ਆਪਣੇ ਕੋਲੋਂ ਨਹੀਂ ਬੋਲ ਰਹੇ। ਗੁਰੂ ਰਾਮਦਾਸ ਜੀ ਜਵਾਬ ਦੇ ਰਹੇ ਹਨ। ਸੂਰਯ ਪ੍ਰਕਾਸ਼ ਗ੍ਰੰਥ ਵਿੱਚ ਇਹ ਪੰਕਤੀਆਂ ਹਨ। ਕਹਿੰਦੇ ਸਤਸੰਗਤ ਤੋਂ ਵੱਡਾ ਤੀਰਥ ਕਿਹੜਾ ਹੈ ਜੋਗੀ ਜੀ? ਇਹ ਤਾਂ ਰੋਜ਼ਾਨਾ ਹੀ ਤੀਰਥਾਂ ਦਾ ਫਲ ਲੈ ਜਾਂਦੇ ਹਨ। ਇਹ ਸੰਗਤ ਵਿੱਚ ਚੱਲ ਕੇ ਆਉਂਦੇ, ਨਾਮ ਜਪਦੇ ਹਨ, ਗੁਰਬਾਣੀ ਸੁਣਦੇ ਹਨ, ਹੋਰ ਕੀ ਚਾਹੀਦਾ ਹੈ? ਸਭ ਤੋਂ ਵੱਡਾ ਤੀਰਥ ਔਰ ਦਾਨ ਪੁੰਨ ਤੇ ਇਹੀ ਹੈ। ਤੇ ਸ਼ਾਸਤਰ ਵੇਦ ਸਿਮਰਤੀਆਂ ਇਹਨਾਂ ਨੂੰ ਤਾਂ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਇਹ ਨਿਰੰਕਾਰ ਨਾਲ ਜੁੜ ਗਏ ਹਨ। ਜੋਗੀ ਬੋਲ ਪਿਆ, ਇਹ ਆਪ ਜੀ ਦੀ ਬਾਣੀ ਪੜ੍ਹਦੇ ਹਨ, ਸਿਰਫ ਆਪ ਜੀ ਦੀ ਗੁਰਬਾਣੀ ਨੂੰ ਪੜ੍ਹਦੇ ਹਨ ਸਿੱਖ, ਔਰ ਆਪਣੇ ਉਰ ਦੇ ਅੰਦਰ ਤੁਹਾਡੇ ਦਰਸ਼ਨ ਕਰਦੇ ਹਨ, ਆਪਣੇ ਹਿਰਦੇ ਵਿੱਚ ਤੁਹਾਡੀ ਮੂਰਤੀ ਬਿਠਾਈ ਤੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹਨ। ਇਹਨਾਂ ਦੀ ਕਲਿਆਣ ਕਿੰਝ ਹੋਏਗੀ? ਇਹ ਕਿੱਦਾਂ ਮੁਕਤੀਆਂ ਪਾਣਗੇ? ਇਹ ਸਵਰਗਪੁਰੀ ਕਿੰਝ ਜਾਣਗੇ? ਗੁਰੂ ਰਾਮਦਾਸ ਜੀ ਕਹਿੰਦੇ ਤੁਹਾਡੇ ਗ੍ਰੰਥ ਵਿੱਚ ਕੀ ਲਿਖਿਆ? ਕਹਿੰਦੇ ਸਾਡੇ ਗ੍ਰੰਥ 'ਚ ਲਿਖਿਆ ਹੈ ਜਿਹੜਾ ਤੀਰਥ 'ਤੇ ਜਾਏਗਾ ਉਹਦੇ ਕੀਤੇ ਹੋਏ ਸਾਰੇ ਪਾਪ ਮਾਫ ਹੋ ਜਾਂਦੇ ਨਾਲ ਇਸ਼ਨਾਨ ਨਾਲ, ਤੇ ਅੱਗੇ ਜਾ ਕੇ ਉਹਨਾਂ ਨੂੰ ਸਵਰਗਪੁਰੀ ਦਾ ਰਸਤਾ ਮਿਲਦਾ ਹੈ, ਸਵਰਗਾਂ ਹੀ ਜਾਂਦੇ। ਗੁਰੂ ਰਾਮਦਾਸ ਜੀ ਹੱਸ ਪਏ ਇਸ ਗੱਲ 'ਤੇ। ਕਹਿੰਦੇ ਜੋਗੀ ਜੀ ਇਹ ਤਾਂ ਹੋਰ ਵੱਡੀ ਗੱਲ 'ਤੇ ਪਹੁੰਚ ਗਏ ਹਨ ਇਹ ਸਿੱਖ ਤਾਂ। ਇਹ ਤਾਂ ਸਵਰਗਪੁਰੀ ਨੂੰ ਵੀ ਕੁਛ ਨਹੀਂ ਸਮਝਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਵਰਗਪੁਰੀ ਨੀਵੇਂ ਹੈ। ਗੁਰੂ ਰਾਮਦਾਸ ਜੀ ਕਹਿੰਦੇ ਉੱਥੇ ਸੁੱਖ ਹਨ, ਉੱਥੇ ਦੇਵੀ ਦੇਵਤਾ ਨਿਵਾਸ ਕਰਦੇ ਹਨ। ਇਹ ਤਾਂ ਨਿਰੰਕਾਰ ਦੇ ਦੇਸ਼ ਵਿੱਚ ਜਾਣਾ ਚਾਹੁੰਦੇ ਹਨ, ਜਿੱਥੇ ਗੁਰੂ ਨਾਨਕ, ਜਿੱਥੇ ਆਪ ਨਿਰੰਕਾਰ ਪਰਮਾਤਮਾ ਦਾ ਘਰ ਹੈ, ਉੱਥੇ ਜਾਣਾ ਚਾਹੁੰਦੇ ਹਨ। ਇਸ ਕਰਕੇ ਇਹ ਸਵਰਗਪੁਰੀ ਨੂੰ ਵੀ ਲੱਤ ਮਾਰਦੇ ਹਨ। ਆਖੋ ਸਤਨਾਮ ਸ਼੍ਰੀ। ਇਹ ਕਾਰਨ ਹੈ ਵਿੱਚੋਂ ਤੀਰਥ 'ਤੇ ਨਾ ਜਾਣ ਦਾ। ਇਹ ਅਕਸਰ ਤੀਰਥ 'ਤੇ, ਕਿਉਂਕਿ ਇਹ ਸੋਚਦੇ ਉਸ ਜੋਨੀ 'ਚ ਪੈ ਗਏ ਤੇ ਸਾਨੂੰ ਸਵਰਗਾਂ ਹੀ ਲੈ ਜਾਣਗੇ, ਦੇਵੀ ਦੇਵਤਿਆਂ ਕੋਲ ਪਹੁੰਚ ਜਾਓਗੇ। ਇਹ ਤਾਂ ਆਪਣੇ ਗੁਰੂ ਕੋਲ ਜਾਣਾ ਚਾਹੁੰਦੇ। ਇਸ ਕਰਕੇ ਸਤਸੰਗਤ ਦੇ ਤੀਰਥ ਨੂੰ ਜ਼ਿਆਦਾ ਵੱਡਾ ਮੰਨਦੇ ਹਨ ਉਸ ਤੀਰਥਾਂ ਦੀ। ਜੋਗੀ ਬੜਾ ਹੈਰਾਨ ਹੋਇਆ, ਕਹਿੰਦੇ ਸਵਰਗ ਨੂੰ ਵੀ ਇਹ ਕੁਛ ਨਹੀਂ ਸਮਝਦੇ। ਕਹਿੰਦੇ ਹਾਂ ਸੱਚੀ ਗੱਲ। ਰਹੀ ਪਾਪ ਦੀ ਗੱਲ, ਪਾਪ ਤੇ ਇਹ ਸੰਗਤ ਕਰਦੇ ਹਨ ਸਵੇਰੇ, ਤੇ ਪਿਛਲੇ ਕੀਤੇ ਪਾਪ ਸ਼ਾਮ ਦੇ ਰਾਤ ਦੇ ਸਾਰੇ ਖਤਮ, ਤੇ ਦਿਨ ਦੇ ਪਾਪ ਸ਼ਾਮ ਨੂੰ ਸੰਧਿਆ ਵੇਲੇ ਸੰਗਤ ਕਰ ਲੈਂਦੇ ਹਨ, ਤੇ ਉਸ ਵੇਲੇ ਹੀ ਲੇਖਾ ਮਿਟਣਾ ਸ਼ੁਰੂ ਹੋ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੋ ਟੈ ਇਹਨਾਂ ਨੂੰ ਬਲ ਬਖਸ਼ਿਆ ਗੁਰੂ ਨੇ। ਤਾਂ ਹੀ ਤੇ ਦੇਖੋ ਤੀਰਥ ਵੀ ਨਹਾਉਣ ਆਇਆ ਸੀ, ਦੇਖ ਲਓ ਭਾਈ ਜੇਤਾ ਜੀ ਨੂੰ ਪਟਨਾ ਸਾਹਿਬ ਵਿੱਚ, ਬਿਹਾਰ ਦੇ ਅੰਦਰ ਗੁਰਦੁਆਰਾ ਸਾਹਿਬ ਹੈ, ਗਊ ਗੰਗਾ ਰੂਪ ਗਊ ਰੋਜ਼ ਨਹਾਉਣ ਆਉਂਦੀ ਸੀ, ਰੋਜ਼। ਤੀਰਥ ਵੀ ਗੰਗਾ ਆਪ ਆਉਂਦੀ ਸੀ ਘਰ ਵਿੱਚ, ਤੇ ਚੁਬੱਚਾ ਜਿਹਾ ਜਿਹੜਾ ਹੁੰਦਾ ਹੈ ਜਿੱਥੇ ਪਾਣੀ ਭਰਦੇ ਹੈ, ਉਹ ਸਾਰਾ ਭਰ ਕੇ ਜਾਂਦੀ ਸੀ। ਉਹ ਤੁਸੀਂ ਗੁਰਦੁਆਰਾ ਅੱਜ ਵੀ ਦਰਸ਼ਨ ਕਰ ਸਕਦੇ ਹੋ। ਤੇ ਸਿੱਖਾਂ ਨੂੰ ਵੀ ਸ਼ੰਕਾ ਦੂਰ ਕਰਤੀ ਸੀ ਗੁਰੂ ਤੇਗ ਬਹਾਦਰ ਜੀ ਨੇ। ਦੇਖੋ ਤੀਰਥ ਤੇ ਇਹਨਾਂ ਨੂੰ ਨਹਾਉਣ ਆਉਂਦੇ, ਇਹਨਾਂ ਨੂੰ ਨਹਾਉਣ ਦੀ ਕੀ ਲੋੜ ਹੈ ਗੰਗਾ 'ਤੇ? ਇਹ ਤਾਂ ਆਪ ਹੀ ਮੁਕਤ ਹਨ। ਇਹਨਾਂ ਨੂੰ ਤੀਰਥ ਵੀ ਸੋਚਦੇ ਹਨ ਕਿ ਉਹਨਾਂ ਦੀ ਸੇਵਾ ਕਰਦੀ ਹੈ ਮਹਾਂਪੁਰਸ਼ਾਂ ਦੀ। ਇਹ ਇਹਨਾਂ ਦੀ ਬਾਤਾਂ ਹੈ। ਜੋਗੀ ਬਹੁਤ ਹੈਰਾਨ ਹੋਇਆ ਗੁਰੂ ਰਾਮਦਾਸ ਜੀ ਦੀ ਗੱਲਾਂ ਸੁਣ ਕੇ, ਤੇ ਬਿਲਕੁਲ ਉਹ ਨਿਰੁੱਤਰ ਵੀ ਹੋ ਗਿਆ। ਕੋਈ ਉਹਦੇ ਕੋਲ ਜਵਾਬ ਨਹੀਂ ਸੀ, ਕਿਉਂਕਿ ਜੋ ਸਿੱਖਾਂ ਦੀ ਪੈਰਵੀ ਸੀ ਉਹ ਗੁਰੂ ਰਾਮਦਾਸ ਜੀ ਕਰ ਰਹੇ ਸਨ। ਉਹਨਾਂ ਦੀ ਜਿਹੜੀ ਗੱਲਾਂ ਸੀ ਉਹਦੀ ਸੱਚਾਈ ਨੂੰ ਪੇਸ਼ ਕਰਨਾ, ਗੁਰੂ ਆਪ
पेश करता सी। इस करके मैं रोज़ाना बेनती करदा, सत संगत करया करो। सत संगत की सेवा गुरु रामदेव जी कहते, जड़ा मनुख गुरु की संगत कर सेवा करता है आके, उहदे पाप दूर होंदे हैं। विच संगत हर प्रभ वसा है जीव। ये सब तो वड्डा पुण्य है, सब तो वड्डा पुण्य है संगत की सेवा करना। इस तो वड्डा कोई पुण्य नहीं ने। ये तो बस समझो तुहाडा खाता किस्मत का खुल गया जे तुहानूं सेवा मिल गई गुरुद्वारे। सेवा तो बड़े कर्मां वाले नूं मिलदी ने, इनू कभी लत मार के या नाराज़ होकर नहीं छड्डना चाहिए। सेवा वड्डी होंदी है, ये तुहाडे अपनी ईगो तो छोटी है, ये ईगो तुहाडी छोटी है। अपने मन की गल ना चलाया करो। ये सेवा तो गुरु जी आप प्रसन्न होकर देंदे हैं, जिहदे उपर त्रुटदे हैं उन्होंने सेवा मिलती है। गुरु ग्रंथ साहिब जी बड़े भाग हैं संगत की सेवा करना। गुरु रामदास जी कहते, जोगी जी इन्हों की लोड़ है इधर उधर भटकन की, इन्हों सौखा मार्ग दस दिता गया है, ये उसी विच ही खुश हैं। इन्हों पूरा कॉन्फिडेंस है, पूरा निश्चय है कि ये अगे तो अगे लंघ के निरंकार के देश पहुँच जाएंगे ये काम करके। होर इन्हों की लोड़ है उपाव करन दी, इधर उधर भटकन दी। इसी ते भरोसा कर लिया इन्होंने। जोगी भी बहुत ही अज खुश और हैरान भी होया, पर उन्होंने भी राह दिख गया ना। राह तो सारिਆਂ ਨੂੰ पता लग गया, ये राह है असली जगह का। सुमन ते मुसन ये गुरु अर्जन देव महाराज जी के समय ना प्यो ते पुत्र सन। ये संगत की सेवा करना चाहते सी। एक दिन किसी के घर गुरु जी चरण पाण गए ना, उत्थे ये भी पहुँचे सन ते बड़ा देखिया संगत नाल सी। गुरु जी नूं प्रशादा छकाया, इन्हों भी छकाया जिस घर गए सी। बड़े प्रसन्न होए, पर दिल विच भावना बन गई असी भी गुरु जी के चरण पवांगे इसी तरह सेम टू सेम। पर गरीब सी, मजदूरी करते सी। मजदूर बंदे कोल ते थोड़ा जा होंदा है। हुण प्रशादा उन्होंने मंगिया, आप गुरु जी नूं बेनती की, गुरु अर्जन देव जी प्रशादा करना चाहते हैं आप जी का। गुरु जी कहते सोच लो, खाली मैं कल्ला नहीं आंदा, मेरे नाल हज़ारों का इकट्ठ संगत भी आ जाती है, उन्होंने ना नहीं कर सकते तुसीं। फिर कहते 7 वचन मंजूर है। हुण वो गए घर, एक समा निश्चित कर दिता गया तरीक, उस समय के अंदर इंतजाम करना सी रोटी पानी का, लंगर का। गरीबी हालत करके जिस सेठ के काम करते सी उन्होंने बेनती की, सानू करजे की लौड़ पै गई, करजे की असी कोई वादा नहीं माणना। उस वेले 500 रुपया बहुत ज़्यादा होंदा सी। 500 रुपये की डिमांड की, रुपया 500 दे दो, उदे सारा कुछ निबड़ जाएगा, सारे इंतजाम हो जाएंगे, घर की सफाई, लंगर पानी, संगत की खुशी, कपड़े वस्त्र देने और खर्चा। लेकिन जड़ा सेठ सी वो माया दे विच गलतान सी, हंकारी सी, उन्हें साफ इनकार करता, साफ ही मना करता। कहता तुसी मेरा 500 रुपया पता नहीं किन्ने सालों जाके मोड़ना है, मेरे को नहीं हुंदा इंतजाम तुहाडे वास्ते, होर कोई राह फड़ो, कोई होर दरवाजा फड़ो। कहते मालिक कित्थे जाइए, तुहाडी मजदूरी करते हाँ, नौकरी तुहाडी पे हाँ, तुहाडे कोल ही करजा मंगांगे, साडा दिल ना तोड़ो। गुरु जी का प्रशादा करना है। गुरु अर्जन देव जी नहीं मनिया। दोनों निराश होकर घर आ गए। सोची पै गए रात का समा है, दिन नेड़े गुजर रहा है। कुछ को 2-3 दिन रह गए सी बस लंगर वास्ते। हजे तक एक कोटी का भी इंतजाम नहीं होया। आखो सतनाम श्री वाहिगुरू। इन्ना वड्डा खर्चा ते इंतजाम कोई नहीं। मन में ब्योंत बनाई, कहते होए ना होए अज असी अपने मालक दे घर ही चोरी करांगे।
ਰਾਤ ਨੂੰ ਪਾਵਾਂਗੇ, ਪਰ ਉਨੇ ਹੀ ਪੈਸੇ ਕੱਢਾਂਗੇ ਜਿੰਨੇ ਸਾਨੂੰ ਲੋੜ ਹੈ ਲੰਗਰ ਵਾਸਤੇ, ਉਸ ਤੋਂ ਜ਼ਿਆਦਾ ਨਹੀਂ। ਉਹਦੇ ਖਜ਼ਾਨੇ 'ਚ ਬਹੁਤ ਮਾਇਆ ਹੈ ਲਾਲਾ ਦੀ। ਫਿਰ ਉਹਦੀ ਲੁਟਾ ਵੀ ਦੇਵਾਂਗੇ। ਮਨ ਵੀ, ਨੀਅਤ ਵੀ ਸਾਫ਼ ਹੈ, ਕਰਮ ਮਾੜਾ ਨਹੀਂ। ਇਸ ਵਕਤ ਕਰਮ ਮਾੜਾ ਨਹੀਂ ਮੰਨਿਆ ਗਿਆ, ਨੀਅਤ ਨੂੰ ਦੇਖਿਆ ਗਿਆ। ਨੀਅਤ ਕੀ ਹੈ ਚੋਰੀ ਦੇ ਪਿੱਛੇ? ਨੀਅਤ ਸੀ ਲੰਗਰ ਕਰਨਾ। ਪਰ ਹੁਣ ਮਜਬੂਰੀ ਅੰਦਰ ਚਲੇ ਗਏ ਦੋਨੋਂ। ਰਾਤ ਨੂੰ ਲਾਲਾ ਸੇਠ ਸੁੱਤਾ ਹੈ। ਪਹਿਲੇ ਦੇ ਸਮੇਂ 'ਚ ਰਸੋਈ ਘਰ ਦੇ ਉੱਪਰ ਇੱਕ ਨਾ ਸਮਝ ਲਓ ਹੋਲ ਜਿਹਨੂੰ ਕਹਿੰਦੇ ਰੋਸ਼ਨਦਾਨ ਖੱਡਾ ਹੁੰਦਾ ਸੀ, ਛੱਤ 'ਤੇ ਹੁੰਦਾ ਸੀ ਸੈਂਟਰ ਵਿੱਚ, ਤਾਂ ਕਿ ਧੂਆ ਵਗੈਰਾ ਨਾ ਬਾਹਰ, ਅੱਗ ਬਾਲਦੇ ਆ ਲੱਕੜੀ ਦੀ, ਬਾਹਰ ਚਲਾ ਜਾਏ। ਇਹ ਹੁੰਦਾ ਸੀ ਪਹਿਲੇ ਰਿਵਾਜ। ਉਸ ਦੇ ਵਿੱਚੋਂ ਉਹਨਾਂ ਨੇ ਜਾਣਾ ਤੈਅ ਕਰ ਲਿਆ। ਦੋਨੋਂ ਹੀ ਛਲਾਂਗਾ ਮਾਰ ਕੇ ਕੁੱਦ ਗਏ ਅੰਦਰ। ਮਾਰੀ ਛਲਾਂਗ ਪਿਓ ਪੁੱਤਰ ਨੇ। ਅੰਦਰ ਸੇਠ ਸੁੱਤਾ ਹੈ ਕਮਰੇ 'ਚ। ਤਿਜੋਰੀ ਦੀ ਚਾਬੀ ਉਹਦੇ ਸਿਰਹਾਣੇ ਥੱਲੇ ਸੀ, ਸਿਰ ਥੱਲੇ। ਜਰਾ ਜਿਹਾ ਪਾਸਾ ਪਲਟਿਆ, ਦੋਨਾਂ ਨੇ ਚਾਬੀ ਕੱਢ ਲਈ। ਚਾਬੀ ਕੱਢ ਕੇ ਤਿਜੋਰੀ ਖੋਲ੍ਹੀ ਤੇ ਦੇਖਿਆ ਵਿੱਚ ਲੱਖੋਂ ਰੁਪਈਆ, ਕਾਫੀ ਪੈਸਾ। ਉਹਨਾਂ ਦੀ ਨੀਅਤ ਬਦ ਨਹੀਂ ਹੋਈ ਮਾਇਆ ਦੇਖ ਕੇ। ਉਹਨਾਂ ਨੇ ਸਿਰਫ ਔਰ ਸਿਰਫ ਜਿੰਨਾ ਲੋੜ ਸੀ, ਲੋੜ ਅਨੁਸਾਰ ਪੈਸਾ ਵਿੱਚੋਂ ਲੈ ਲਿਆ। ਹੁਣ ਚਾਬੀ ਉੱਥੇ ਹੀ ਧਰਤੀ ਸਿਰਹਾਣੇ ਥੱਲੇ। ਆਪ ਦੋਨੋਂ ਉਸੀ ਰਸੋਈ ਪਾਸੋਂ ਉਤਰਨ ਲੱਗੇ ਵਾਪਸ ਘਰ। ਕੀ ਹੋਇਆ? ਪਿਓ ਨੂੰ ਤੇ ਪੁੱਤਰ ਨੇ ਕੰਧੇ 'ਤੇ ਚੜਾ ਕੇ ਬਾਹਰ ਕਢਾਤਾ। ਹੁਣ ਪੁੱਤਰ ਜਿਹੜਾ ਥੋੜ੍ਹਾ ਭਾਰੀ ਸੀ, ਅੰਦਰ ਵੜਨ ਵੇਲੇ ਤੇ ਨਿਕਲ ਗਿਆ। ਨੀਅਤ ਦੀ ਗੱਲ ਹੋਈ, ਬਾਹਰ ਕੱਢਣ ਵੇਲੇ ਬਾਹਰ ਹੀ ਨਾ ਆਵੇ, ਥੋੜ੍ਹਾ ਫੁੱਲ ਵੀ ਗਿਆ ਖੁਸ਼ੀ। ਪਿਤਾ ਵੇਟ ਕਰ ਰਿਹਾ, ਪੁੱਤਰ ਕਦੋਂ ਨਿਕਲੇਗਾ? ਬੜੀ ਕੋਸ਼ਿਸ਼ ਕੀਤੀ, ਨਹੀਂ ਨਿਕਲਿਆ। ਕਹਿੰਦੇ ਹੁਣ ਤਾਂ ਕੋਈ ਚਾਰਾ ਹੀ ਨਹੀਂ ਬਚਿਆ, ਸੇਠ ਜਾਗਣ ਵਾਲਾ ਹੈ ਤੇ ਸਾਡੀ ਬੜੀ ਬਦਨਾਮੀ ਹੋ ਜਾਣੀ ਹੈ, ਬਹੁਤ ਬਦਨਾਮੀ। ਸਾਡੇ ਗੁਰੂ ਨੂੰ ਲਾਜ ਲੱਗ ਜਾਣੀ ਹੈ ਕਿ ਗੁਰੂ ਕੇ ਸਿੱਖ ਚੋਰੀ ਕਰਦੇ ਹਨ। ਇਹ ਤਾਂ ਬਹੁਤ ਮਾੜਾ ਕੰਮ ਹੋ ਗਿਆ ਜੀ। ਅੱਜ ਗੁਰੂ ਜੀ ਨੂੰ ਅਰਦਾਸ ਕਰੋ। ਫਟਾਫਟ ਪੁੱਤਰ ਨੇ ਬਿਉਂਤ ਸੋਚੀ ਸੁਮਨ ਨੇ। ਸੁਮਨ ਕਹਿੰਦਾ, ਪਿਤਾ ਸੋਚਦਾ ਕੀ ਹੈ? ਕੱਢ ਦੇ ਤਲਵਾਰ ਆਪਣੇ ਮਿਆਨ ਵਿੱਚੋਂ ਆਈ। ਸ਼ਸਤਰ ਤੇ ਪਾਇਆ ਸੀ ਦੋਨਾਂ ਨੇ। ਔਰ ਮੇਰਾ ਸਿਰ ਧੜ ਤੋਂ ਅਲੱਗ ਕਰ ਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਤੋਂ ਵੱਡੀ ਕੁਰਬਾਨੀ ਨਹੀਂ ਹੈ ਪਿਤਾ। ਘੱਟੋ ਘੱਟ ਲਾਜ ਤੇ ਬਚੇਗੀ। ਮੇਰਾ ਧੜ ਅੰਦਰ ਗਿਰ ਜਾਏਗਾ ਤੇ ਖੋਪੜੀ ਤੂੰ ਚੁੱਕ ਕੇ ਲੈ ਗਈ ਆਪਣੇ ਘਰ। ਪਿਤਾ ਨੇ ਗੱਲ ਸੋਚੀ, ਗੱਲ ਤਾਂ ਸਹੀ ਕਹਿੰਦਾ ਹੈ, ਹੋਰ ਕੋਈ ਰਸਤਾ ਨਹੀਂ। ਇੱਕ ਪਿਤਾ ਆਪਣੇ ਜਵਾਨ ਪੁੱਤਰ ਨੂੰ ਕਿਸ ਤਰ੍ਹਾਂ ਵੜ ਸਕਦਾ? ਦੇਖੋ ਇਹ ਕੁਰਬਾਨੀ ਹੋ ਗਈ ਨਾ, ਹੁਣ ਸ਼ਹੀਦੀ ਹੋ ਗਈ। ਆਪ ਹੀ ਕਰਨ ਲੱਗੇ ਇਹ ਕੰਮ। ਪਿਤਾ ਨੇ ਅਰਦਾਸ ਕਰਕੇ ਗੁਰੂ ਅਰਜਨ ਦੇਵ ਜੀ ਤੋਂ ਆਪਣੇ ਪੁੱਤਰ ਸੁਮਨ ਦਾ ਧੜ ਔਰ ਸਿਰ ਅਲੱਗ ਕਰ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖੋਪੜੀ ਤੋਂ ਸੀਸ ਲੈ ਲਿਆ, ਚੱਕ ਲਿਆ, ਖੂਨੋ ਖੂਨ। ਫਟਾਫਟ ਘਰ ਲੈ ਗਿਆ। ਘਰ ਜਾ ਕੇ ਬਿਸਤਰੇ 'ਤੇ ਪਾਤੀ ਖੋਪੜੀ, ਸਿਰ। ਹੁਣ ਧੜ ਰਹਿ ਗਿਆ। ਧੜ ਗੜਾਮ ਨਾਲ ਗਿਰਿਆ, ਠੇਠ ਉੱਠਿਆ। ਸੇਠ ਨੇ ਦੇਖਿਆ ਰਸੋਈ ਵਿੱਚ ਧੜ, ਲਾਸ਼। ਉਹ ਤਾਂ ਘਬਰਾਇਆ, ਸੇਠ ਬੜਾ ਘਬਰਾਇਆ, ਭੱਜੀ ਪੈ ਗਈ। ਸੇਠ ਭੱਜਦਾ ਭੱਜਦਾ ਉਸੀ ਸੁਮਨ ਤੇ ਮੁਸਨ ਦੇ ਘਰ ਪਹੁੰਚਿਆ ਹੈ, ਸਿੱਖਾਂ ਦੇ ਘਰ। ਬੇਨਤੀ ਕਰਨ ਲੱਗਿਆ, ਤੁਸੀਂ ਮੇਰੇ ਨੌਕਰ ਹੋ। ਕਿਉਂਕਿ ਪਿਓ ਮਿਲਿਆ। ਸੁਮਨ ਤੇ ਉਹਦਾ ਤੇ ਸਿਰ ਪਿਆ ਸੀ ਅੰਦਰ, ਸੇਠ ਨੂੰ ਨਹੀਂ ਪਤਾ ਸੀ। ਕਹਿੰਦੇ ਮੇਰੇ ਨੌਕਰ ਹੋ, ਤੁਸੀਂ 500 ਰੁਪਇਆ ਮੰਗਦੇ ਸੀ ਉਧਾਰ, ਅੱਜ ਮੈਂ ਤੁਹਾਨੂੰ 500 ਰੁਪਇਆ ਦਾਂਗਾ ਪੂਰਾ। ਤੁਸੀਂ ਮੇਰਾ ਇੱਕ ਕੰਮ ਕਰ ਦਿਓ ਰਾਤੋਂ ਰਾਤ। ਕਹਿੰਦੇ ਕੀ ਕਰੀਏ? ਕਹਿੰਦੇ ਮੇਰੇ ਘਰ ਕੋਈ ਲਾਸ਼ ਸੁੱਟ ਗਿਆ, ਲਾਸ਼। ਮੈਨੂੰ ਹਿਸਾਬ ਕਿਤਾਬ ਦੇਣਾ ਔਖਾ ਹੋ ਜਾਣਾ ਹੈ ਸਿਪਾਹੀਆਂ ਨੂੰ, ਪੁਲਿਸ ਨੂੰ। ਤੁਸੀਂ 500 ਰੁਪਇਆ ਹੁਣੇ ਲਓ, ਹੁਣੇ ਇਹ ਲਓ, ਮੈਂ ਨਾਲ ਲੈ ਕੇ ਆਇਆ, ਇਹ ਲਓ ਐਡਵਾਂਸ। ਮੇਰਾ ਇਹ ਕੰਮ ਕਰ ਦਿਓ, ਇਹ ਕੰਮ। ਹੱਥ ਜੋੜ ਕੇ ਲਾਲਾ ਬੇਨਤੀ ਕਰਦਾ। ਪਿਤਾ ਸੋਚਦਾ ਹੈ ਮੇਰੇ ਬੇਟੇ ਦਾ ਧੜ ਹੈ, ਮਨ ਵਿੱਚ ਸੋਚਦਾ
ये मेरे को ही काम करान आ गया है। इंसान कितना मतलबी है। अज मतलब पिया है, औखी घड़ी आई है, ये किस तरह हाथ जोड़ता है। खैर पिता नूं तां खुशी मिल गई, चल मेरे पुत्र का धड़ मेरे हाथ आ गया। पिता कहता लाला जी ये 500 रुपया तुसीं रखो, इसकी लोड़ नहीं, तुहाडा काम जरूर हो जाएगा। बस गए, घर पहुँच गए, रातों रात धड़ चक्या जी, चक के ले आया पिता। लेके आया तो उसी सिर दे नाल वो धड़ नूं रख दिता है, नाल अटैच करके ऊपर चदरी पाती है, चदर ढकती है लाश। हुण दिन आ गया है, संगत घर गुरु अर्जन देव जी आ गए, लंगर बन गए हैं, पैसे का इंतजाम हो चुका से, लंगर तैयार है, संगत घर है, खुशी का दिहाड़ा है। पिता अखां विच हंझू हैं। गुरु अर्जन देव जी नूं अपनी गल भी नहीं दसदा, पिता कुर्बानी नहीं दसदा, बस खड़ा है, महाराज सेवा प्रवान कर लो गरीबां दी। गुरु अर्जन देव जी कहते प्रशादा जदों कहण आए सी तां ते दो सी, दो पिता ते पुत्र। अज पिता दिखदा है, पुत्र किधर है? सुमन कित्थे है तेरा पुत्र? कहते महाराज मैं की दसां, महाराज ना ये गल आखो, मैं तुहाडी सेवा करन नूं तैयार हाँ, तुसीं क्यों मैनूं गल करदे हो? कहते असीं पुछदे हाँ तेरा पुत्र किधर है? कहते महाराज जे पुछदे हो तो मेरी आवाज़ उस पुत्र तक नहीं जाती, हाँ शायद तुहाडी आवाज़ जावे। आखो सतनाम श्री वाहिगुरू। मेरी आवाज़ से नहीं जागदा मेरा पुत्र। ये गल कह के रो पिया पिता, गल तो दसी नहीं। गुरु अर्जन देव जी अंतरजामी सी। गुरु जी ने आवाज़ मारी, सुमन उठ जा पुत्र। उसी वेले वो जड़ा धड़ और खोपड़ी सी, सतगुर मेरा मार दिवाले वो बॉडी बन के मनुख बन के उठ के चरना विच खड़ा हो गया। आखो सतनाम श्री वाहिगुरू। मरिया होया बंदा जी गया जी। आया तो सुमन नूं देख के पिता भी घबरा गया, हैरान हो गया, ये कित्थों आ गया? ये तो रात नूं धड़ अलग हो गया सी। पर गुरु जी की कौतुक देख के हैरान से। गुरु जी ने कहा तुहाडी सेवा सचखंड विच प्रवान हो गई। दोनों सिख कबूल हैं, इन्हां दी कुर्बानी कबूल है, इन्हां दा लंगर खिलाया कबूल है। जाओ हुण रज रज के सेवा करो। दोनों ने अपने हथी संगत नूं प्रशादा खिलाया, गुरु जी नूं थाल लाए, भोग लाए। बड़ा ही अलौकिक समा बन गया। उन्हां दी कुर्बानी का समा इतिहास विच लिखिया गया। तो उन्होंने उस तो बाद मजदूरी की जी। मजदूरी करके उसी सेठ के घर का करजा भी ला दिता। आखो सतनाम श्री वाहिगुरू। जड़ा 500 सी ना, वो है ना, डाउट करो 500 किधर गया, वो 500 ही उतारिया है उन्होंने, क्योंकि उन्होंने मन में खोट नहीं सी, लोड़ सी उधार दी, उधार मिलिया नहीं, तो इन्होंने एक कोशिश की तो सारे काम सतगुरु ने निभाए। इस तरह गुरु अर्जन देव जी ने लाज रखी सेवा दी। इस करके सेवा करना ये बड़ा बड़ा महत्म है। कभी ना छड़ना, आओ नाम जपिए वाहे गुरु वाहे गुरु वाहे गुरु वाहे गुरु।